ਜਦੋਂ ਗੱਲ ਕਰਦੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਸਵਾਲ ਕਰਦੇ ਆ, ਉਹ ਕਹਿੰਦੇ ਕਾਂਗਰਸ ਦੇ ਕੰਡੇ ਬੀਜੇ ਹੋਏ ਆ। ਕਹਿੰਦੇ ਅਸੀਂ ਤਾਂ ਪਹਿਲਾਂ ਵਿਰੋਧ ਕਰਦੇ ਸੀਗੇ, ਪਰ ਤੁਸੀਂ ਅੱਜ ਕੰਡੇ ਪੁੱਟਣ ਆਏ ਹੋ ਜਾਂ ਤੁਹਾਡੇ ਬੀਜੇ ਹੋਏ ਕੰਡੇ ਦੱਸੇ ਜਾਂਦੇ? ਇੰਡਸਟਰੀ ਪਾਰਕ ਲੱਗਣਾ ਇੱਥੇ ਬਿਲਕੁਲ ਗਲਤ ਹੈ। ਤੁਹਾਡੀ ਸਰਕਾਰ ਵੇਲੇ ਸਹੀ ਸੀ ਜੀ? ਨਹੀਂ, ਗਲਤ ਸੀਗਾ। ਬੱਸਾਂ ਦੇ ਉੱਤੇ ਪ੍ਰਮੋਸ਼ਨਾਂ ਜਦੋਂ ਕੀਤੀਆਂ ਉਦੋਂ ਕੈਪਟਨ ਸਾਹਿਬ ਦੇ ਖਿਲਾਫ ਕਿਉਂ ਨਹੀਂ ਆਏ? ਤੱਕ ਸਵਾਲ ਕਰ ਰਹੇ ਹੋ, ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਕਿਸੇ ਤਾਂ ਕਰਾਂਗੇ ਨਾ ਬਾਈ, ਕਿਉਂਕਿ ਤੁਹਾਡੇ ਕੰਡੇ ਬੀਜੇ ਹੋਏ ਦੱਸੇ ਜਾਂਦੇ, ਇਸ ਕਰਕੇ ਸਾਡਾ ਫਰਜ਼ ਹੈ। ਸਾਨੂੰ ਸਾਡੀ ਗਲਤੀ ਰਿਅਲਾਈਜ਼ ਹੁੰਦੀ ਆ, ਉਹ ਰਿਅਲਾਈਜ਼ ਹੁੰਦੇ ਹੋਏ ਤਗੜੇ ਹੋ ਕੇ ਅੱਜ ਉਸ ਜਦੋਂ ਤਾਕਤ ਆਈ ਫੈਸਲਾ ਕਰਨ ਦੀ, ਉਦੋਂ ਫੈਸਲਾ ਕਰ ਰਹੇ ਆ। ਸੋ ਸਾਨੂੰ ਉਹਨਾਂ ਨਾਲ ਨਾ ਜੋੜਿਆ ਜਾਵੇ ਪਲੀਜ਼। ਵੜਿੰਗ ਸਾਹਿਬ ਕਿਵੇਂ ਵੇਖਦੇ ਹੋ? ਲੋਕ ਇਹ ਕਹਿ ਰਹੇ ਨੇ, ਪਹਿਲਾਂ ਕਹਿੰਦੇ 2 ਪਾਰਟੀਆਂ ਸੀ ਲੁੱਟਣ ਵਾਲੀਆਂ, ਹੁਣ 3 ਹੋ ਗਈਆਂ, ਤੀਜੀ ਤੋਂ ਵੀ ਲੋਕ ਦੁਖੀ ਹੋਣ ਲੱਗੇ ਆਮ ਆਦਮੀ ਪਾਰਟੀ ਤੋਂ। ਪਰ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਵੀ ਇਹ ਤਾਂ ਕੰਡੇ ਬੀਜੇ ਹੋਏ ਹੀ ਕਾਂਗਰਸ ਦੇ ਨੇ। ਬ੍ਰਦਰ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਨਤਾ ਸਰਕਾਰਾਂ ਚੁਣਦੀਆਂ, ਲੇਕਿਨ ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਉਹਨੂੰ ਅਫਸਰ ਚਲਾਉਂਦੇ ਨੇ। ਸਾਡੀ ਸਰਕਾਰ ਵਿੱਚ ਵੀ ਇਹ ਰਿਹਾ, ਕਿਉਂਕਿ ਆਪਦੀ ਗਲਤੀ ਮੰਨ ਲੈਣੀ ਚਾਹੀਦੀ ਹੈ, ਆਪਦੇ ਆਪ ਨੂੰ ਕਰੈਕਟ ਕਰ ਲੈਣਾ ਚਾਹੀਦਾ। ਮੈਂ ਤਾਂ ਬਹੁਤ ਮੁੱਦਿਆਂ ਤੇ ਸਰਕਾਰ ਦੇ ਨਾਲ ਲੜਾਈ ਲੜਦਾ ਰਿਹਾ। ਜਨਤਾ ਨਾਲ ਤਾਂ ਇਸ ਤਰ੍ਹਾਂ ਲੁੱਟ ਖਸੁੱਟ ਹੁੰਦੀ ਆਈ। ਵੜਿੰਗ ਸਾਹਿਬ, ਅੱਜ ਤੁਸੀਂ ਇਹ ਤਖਤੀ ਫੜ ਕੇ ਬੈਠੇ, ਪਹਿਲਾਂ ਭਗਵੰਤ ਮਾਨ ਤੁਹਾਡੇ ਖਿਲਾਫ ਬੈਠੇ ਸੀ, ਕੱਲ੍ਹ ਨੂੰ ਤੁਹਾਡੀ ਸਰਕਾਰ ਆ ਗਈ ਫਿਰ ਭਗਵੰਤ ਮਾਨ ਬਣੇਗਾ। ਇੱਕ ਚੱਕਰ ਹੈ ਜੀ, ਚੇਨ ਚੱਲ ਰਹੀ ਹੈ, ਲੁੱਟਣ ਦੀ ਚੇਨ ਚੱਲ ਰਹੀ ਹੈ। ਪਹਿਲਾਂ ਕਹਿੰਦੇ 2 ਪਾਰਟੀਆਂ ਸੀ, ਹੁਣ 3 ਹੋ ਗਈਆਂ ਜੀ। ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਉਹ ਜਨਤਾ ਤੋਂ ਅਗਰ ਹੱਥ ਜੋੜ ਕੇ ਮਾਫੀ ਮੰਗ ਲਾਂਗਾ ਤਾਂ ਜਨਤਾ ਮਾਫ ਕਰ ਦੇਗੀ। ਆਪ ਤਾਂ ਤੁਹਾਨੂੰ ਵੀ ਨਹੀਂ ਕੀਤਾ, ਫਿਰ ਉਹਨਾਂ ਨੇ ਜ਼ਮਾਨਤ ਜ਼ਬਤ ਹੋਈ। ਮੈਂ ਤਾਂ ਫਿਰ ਕਹਿ ਰਿਹਾ, ਮੈਂ ਸਰਦਾਰ ਸਾਹਿਬ ਕਹਿ ਰਹੇ ਹਾਂ, ਮੈਨੂੰ ਲੱਗਦਾ ਅੱਜ ਤੁਸੀਂ ਕਾਂਗਰਸ ਤੇ ਹੀ ਇਕੱਲਾ ਨਹੀਂ ਮਾਫ ਨਹੀਂ ਕੀਤਾ। ਮੈਂ ਤਾਂ ਇਸੇ ਕਰਕੇ ਜਨਤਾ ਦੇ ਆਰਾਮ ਨਾਲ ਬੈਠਾ, ਮੈਂ ਮੰਚ ਤੇ ਵੀ ਜਾ ਸਕਦਾ, ਮੈਂ ਉੱਥੇ ਜਾ ਕੇ ਭਾਸ਼ਣ ਵੀ ਦੇ ਸਕਦਾ। ਤੁਹਾਨੂੰ ਲੱਗਦਾ ਨੌਜਵਾਨ ਤੁਹਾਨੂੰ ਹੁਣ ਸਪੀਚ ਦੇਣਗੇ? ਪਾਰਟੀ ਤੇ ਹੁਣ ਕਿਸੇ ਦੇ ਬਾਪ ਤੇ ਕੋਈ ਐਲੀਗੇਸ਼ਨ ਹੋਵੇ, ਕਿਸੇ ਦੇ ਫਲਾਂ ਤੇ ਹੋਵੇ, ਕਿਸੇ ਦਾ ਕੋਈ ਕਸੂਰ ਨਹੀਂ। ਇਸ ਤਰ੍ਹਾਂ ਇਹ ਪੰਜਾਬੀ ਹਾਈ ਕਮਾਂਡ ਨੇ ਵੀ ਨਹੀਂ ਕੈਪਟਨ ਸਾਹਿਬ ਨੂੰ ਉੱਪਰੋਂ ਕਿਹਾ ਬਈ ਯਾਰ ਤੁਸੀਂ ਕੀ ਕਰ ਰਹੇ ਹੋ, ਪਾਰਟੀ ਦਾ ਇਹਦੇ ਨਾਲ ਨੁਕਸਾਨ ਹੋ ਰਿਹਾ। ਹਾਈ ਕਮਾਂਡ ਨੇ ਵੀ ਨਹੀਂ ਕਿਹਾ ਜੀ, ਜਾਂ ਹਾਈ ਕਮਾਂਡ ਕੈਪਟਨ ਨਾਲ ਮੈਨੂੰ ਲੱਗਦਾ ਯਾਰ ਖਲੀ ਤੂੰ ਕੱਲਾ ਬਸ ਕਾਂਗਰਸ ਨੂੰ ਕ੍ਰਿਟਿਸਿਜ਼ਮ ਹੀ ਕਰਨਾ ਸੀ, ਐ ਨਾ ਕਰ ਯਾਰ ਗੱਲ। ਮੈਂ ਕਹਿ ਰਿਹਾ ਹਾਈ ਕਮਾਂਡ ਦੀ ਗੱਲ ਛੱਡੋ, ਇੱਥੇ ਹੁਣ ਮੈਂ ਹਾਈ ਕਮਾਂਡ ਨੂੰ ਥੋੜੀ ਪੁੱਛ ਕੇ ਆਇਆ। ਇਸ ਵੇਲੇ ਮੱਤੇਵਾੜਾ ਜੰਗਲ ਤੋਂ ਲਗਾਤਾਰ ਤੁਹਾਨੂੰ ਮੱਤੇਵਾੜਾ ਤੋਂ ਦਿਖਾ ਰਹੇ ਹਾਂ। ਸੋ ਜਿੱਥੇ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ, ਉੱਥੇ ਕਾਂਗਰਸ ਦੇ ਵੱਲੋਂ ਵੀ ਅੱਜ ਕਾਂਗਰਸ ਬੈਨਰ ਫੜ ਕੇ ਤਖਤੀਆਂ ਫੜ ਕੇ ਬੈਠੇ ਨੇ। ਰਾਜਾ ਵੜਿੰਗ ਹੋਰੀ, ਪ੍ਰਗਟ ਸਿੰਘ ਜੀ ਜਾਂ ਵਰਿੰਦਰ ਢਿੱਲੋਂ ਸਾਹਿਬ ਜਾਂ ਸਮੁੱਚੀ ਕਾਂਗਰਸ ਲੀਡਰਸ਼ਿਪ ਵੀ ਆਈ ਹੋਈ ਹੈ। ਪਰ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਦੇ ਖਿਲਾਫ ਭਗਵੰਤ ਮਾਨ ਹੋਰੀ ਕਹਿੰਦੇ ਤਖਤੀਆਂ ਫੜ ਕੇ ਖੜਦੇ ਸੀਗੇ, ਅੱਜ ਇਹ ਮਾਨ ਸਰਕਾਰ ਦੇ ਖਿਲਾਫ ਨੇ। ਸੋ ਗੱਲਬਾਤ ਕਰਦੇ ਹਾਂ, ਵਰਿੰਦਰ ਢਿੱਲੋਂ ਤੋਂ ਸ਼ੁਰੂ ਕਰ ਲੈਂਦੇ ਹਾਂ। ਢਿੱਲੋਂ ਸਾਹਿਬ ਕਿਵੇਂ, ਠੀਕ ਹੋ? ਬਹੁਤ ਵਧੀਆ ਜੀ। ਬਾਈ ਜੀ, ਜਦੋਂ ਗੱਲ ਕਰਦੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਸਵਾਲ ਕਰਦੇ ਆ, ਉਹ ਕਹਿੰਦੇ ਕਾਂਗਰਸ ਦੇ ਕੰਡੇ ਬੀਜੇ ਹੋਏ ਆ। ਕਹਿੰਦੇ ਅਸੀਂ ਤਾਂ ਪਹਿਲਾਂ ਵਿਰੋਧ ਕਰਦੇ ਸੀਗੇ, ਪਰ ਤੁਸੀਂ ਅੱਜ ਕੰਡੇ ਪੁੱਟਣ ਆਏ ਹੋ ਜਾਂ ਤੁਹਾਡੇ ਬੀਜੇ ਹੋਏ ਕੰਡੇ ਦੱਸੇ ਜਾਂਦੇ? ਕੋਈ ਰਾਜਨੀਤਿਕ ਗੱਲ ਨਹੀਂ। ਅੱਜ ਦਾ ਮੁੱਦਾ ਇਹ ਆ ਵੀ ਇੱਥੇ ਜੰਗਲ ਨਹੀਂ ਲੱਗਣਾ ਚਾਹੁੰਦਾ। ਇੱਥੇ ਜੰਗਲ ਦੇ ਵਿੱਚ ਜਿਹੜੀ ਇੰਡਸਟਰੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਉਹ ਗਲਤ ਆ। ਔਰ ਅੱਜ ਉਹਨਾਂ ਦੇ ਨਾਲ ਪ੍ਰਧਾਨ ਜੀ, ਸਮੁੱਚੀ ਕਾਂਗਰਸ ਪਾਰਟੀ, ਸਮੁੱਚੀ ਲੀਡਰਸ਼ਿਪ ਔਰ ਪੰਜਾਬੀ ਹੋਣ ਦੇ ਤੌਰ ਤੇ ਪ੍ਰਧਾਨ ਜੀ ਦੀ ਅਗਵਾਈ ਹੇਠ ਸਾਰੇ ਇੱਥੇ ਆਏ ਆਪਣੀ ਸੋਲੀਡੈਰਿਟੀ ਵਿਖਾਣ ਔਰ ਇਹ ਕਹਿਣ ਵੀ ਕਾਂਗਰਸ ਪਾਰਟੀ ਵੱਲੋਂ ਵੀ ਜੋ ਯੋਗਦਾਨ ਹੋਊਗਾ ਅਸੀਂ ਆਪਣਾ ਪੂਰਾ ਪਾਵਾਂਗੇ ਔਰ ਇੱਥੇ ਇੰਡਸਟਰੀਅਲ ਪਾਰਕ ਨਹੀਂ ਲੱਗੂਗਾ। ਇੰਡਸਟਰੀ ਪਾਰਕ ਲੱਗਣਾ ਇੱਥੇ ਬਿਲਕੁਲ ਗਲਤ ਹੈ। ਤੁਹਾਡੀ ਸਰਕਾਰ ਵੇਲੇ ਸਹੀ ਸੀ ਜੀ? ਨਹੀਂ, ਗਲਤ ਸੀਗਾ। ਬੱਸਾਂ ਦੇ ਉੱਤੇ ਪ੍ਰਮੋਸ਼ਨਾਂ ਜਦੋਂ ਕੀਤੀਆਂ ਉਦੋਂ ਕੈਪਟਨ ਸਾਹਿਬ ਦੇ ਖਿਲਾਫ ਕਿਉਂ ਨਹੀਂ ਆਏ? ਹੁਣ ਤੁਸੀਂ ਇਹ ਨਾ ਕਹੋ ਵੀ ਅਸੀਂ ਵਿਰੋਧ ਕੀਤਾ, ਉਹ ਵਿਰੋਧ ਇੰਡਸਟਰੀ ਪਾਰਕ ਦੇ ਮੁੱਦੇ ਨੂੰ ਹੋ ਕੇ ਨਹੀਂ ਹੋਇਆ ਬਾਈ। ਤਾਂ ਹੀ ਅਸੀਂ ਬਾਹਰ ਬੈਠੇ ਆ ਨਾ। ਅੱਜ ਅਸੀਂ ਸਰਕਾਰ 'ਚ ਨਹੀਂ ਹੈਗੇ। ਅਗਰ ਲੋਕ ਪੱਖੀ ਫੈਸਲੇ ਹੋਏ ਹੁੰਦੇ ਤੇ ਅਸੀਂ ਸਰਕਾਰ 'ਚ ਹੁੰਦੇ। ਅੱਜ ਸਰਕਾਰ 'ਚੋਂ ਬਾਹਰ ਆਉਣ ਦੇ ਵੀ ਕੋਈ ਕਾਰਨ ਹੁੰਦੇ ਆ ਨਾ। ਅਗਰ ਅਸੀਂ ਉਦੋਂ ਲੋਕਾਂ ਦੀ ਨਹੀਂ ਸੁਣੀ, ਭਾਵੇਂ ਅਸੀਂ ਵਿਰੋਧ ਕੀਤਾ, ਵੜਿੰਗ ਸਾਹਿਬ ਹੋਣੀ, ਪ੍ਰਗਟ ਸਾਹਿਬ ਹੋਣੀ, ਜਿਨ੍ਹਾਂ ਨੇ ਵਿਰੋਧ ਕੀਤਾ ਹੋਊਗਾ, ਤੁਹਾਡੇ ਹਿਸਾਬ ਨਾਲ ਨਹੀਂ ਕੀਤਾ ਹੋਊਗਾ, ਕਿਸੇ ਨੇ ਕੀਤਾ ਹੋਊਗਾ, ਪਰ ਅੱਜ ਸਰਕਾਰ ਤੋਂ ਬਾਹਰ ਕਿਉਂ ਬੈਠੇ ਆ? ਕਿਉਂਕਿ ਨਹੀਂ ਸੁਣੀ। ਔਰ ਉਹ ਉਸੇ ਕਰਕੇ ਆਪਣੀਆਂ ਗਲਤੀਆਂ ਨੂੰ ਵੀ ਸੁਧਾਰਨਾ ਔਰ ਆਪਣੀ ਗਲਤੀਆਂ ਦੇ ਪਛਤਾਵਾ ਵੀ ਆ। ਔਰ ਅੱਜ ਇੱਕ ਨਵੀਂ ਸ਼ੁਰੂਆਤ ਕਰ ਰਹੇ ਆ। ਅੱਜ ਕੋਈ ਜਾ ਕੇ ਸਟੇਜਾਂ ਤੇ ਨਹੀਂ ਸਾਂਭ ਰਹੇ, ਕੋਈ ਬੁਲਾਰੇ ਨਹੀਂ ਬਣ ਰਹੇ। ਸਿਰਫ ਇੱਕ ਪੰਜਾਬੀ ਹੋਣ ਦੇ ਤੌਰ ਤੇ ਸਾਰੇ ਇੱਥੇ ਆ ਕੇ ਆਪਣੀ ਸੋਲੀਡੈਰਿਟੀ ਵਿਖਾ ਰਹੇ ਆ। ਔਰ ਸਾਨੂੰ ਕੋਈ, ਤੁਸੀਂ ਰਾਜਨੀਤਿਕ ਸਵਾਲ ਕਰ ਰਹੇ ਹੋ, ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਕਿਸੇ ਤਾਂ ਕਰਾਂਗੇ ਨਾ ਬਾਈ, ਕਿਉਂਕਿ ਤੁਹਾਡੇ ਕੰਡੇ ਬੀਜੇ ਹੋਏ ਦੱਸੇ ਜਾਂਦੇ, ਇਸ ਕਰਕੇ ਸਾਡਾ ਫਰਜ਼ ਹੈ। ਅਸੀਂ ਨਹੀਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜੇ ਅਸੀਂ ਉਦੋਂ ਕੀਤਾ ਹੁੰਦਾ ਲੋਕ ਪੱਖੀ ਫੈਸਲੇ,
ਲੋਕਾਂ ਦੇ ਹੱਕ 'ਚ ਵੀ ਬਗਾਵਤਾਂ ਕੀਤੀਆਂ ਜਾਂਦੀਆਂ ਨੇ। ਤੁਸੀਂ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਥੱਲੇ ਲਾਤਾ, ਪ੍ਰਗਟ ਸਿੰਘ ਜੀ ਨੇ ਸਿੱਧੇ ਤੌਰ ਤੇ ਚਿੱਠੀ ਲਿਖੀ ਸੀ ਇਸ ਮਾਮਲੇ ਦੇ ਵਿੱਚ, ਤੇ ਇਹ ਵੀ ਤਾਂ ਹੈਗੇ ਸੀ ਕਿਤੇ ਨਾ ਕਿਤੇ ਅੱਜ ਜਿੱਤ ਕੇ ਬੈਠੇ ਆ, ਤੇ ਤੁਹਾਨੂੰ ਲੱਗਦਾ ਵੀ ਅੱਜ ਸਰਕਾਰ 'ਚ ਨਹੀਂ ਆ, ਸਾਡੇ ਫੈਸਲੇ ਗਲਤ ਸੀ, ਤਾਂ ਕੈਪਟਨ ਦੇ ਬਹੁਤ ਪਹਿਲਾਂ ਵਿਰੋਧ ਹੋ ਜਾਣਾ ਚਾਹੀਦਾ ਸੀਗਾ ਤੁਹਾਡੇ ਵੱਲੋਂ। ਦੇਖੋ ਬੜੇ ਸੀਜ਼ਨਡ ਲੀਡਰ ਸੀ, ਉਹ ਵੱਡੇ ਲੀਡਰ ਸੀ, ਲੋਕਾਂ ਨੂੰ ਉਮੀਦਾਂ ਸੀ। ਪ੍ਰਗਟ ਭਾਜੀ ਉਹਨਾਂ ਦਾ ਤਜਰਬਾ ਸੀ, ਰਾਜਾ ਵੜਿੰਗ ਜੀ ਉਹਨਾਂ ਦੇ ਤਜਰਬੇ ਸੀਗੇ। ਇਹ ਆਪਣੇ ਤਰੀਕੇ ਨਾਲ ਵਿਰੋਧ ਕਰਦੇ ਰਹੇ ਆ। ਕੁਝ ਚਿਹਰੇ ਆ ਸਾਡੀ ਕਾਂਗਰਸ ਪਾਰਟੀ 'ਚ ਜਿਹੜੇ ਹਮੇਸ਼ਾ ਇੱਕ ਲੋਕ ਪੱਖੀ ਆਵਾਜ਼ ਚੱਕਦੇ ਰਹੇ ਆ। ਤੁਸੀਂ ਕਾਂਗਰਸ ਪਾਰਟੀ ਨੂੰ ਇੱਕ ਯੂਨਿਟ ਵੇਖ ਸਕਦੇ ਹੋ, ਲੇਕਿਨ ਕਈ ਇੰਡੀਵਿਜੂਅਲ ਐਕਸਾਈਜ਼ ਦੀ ਗੱਲ ਹੋਵੇ, ਵੜਿੰਗ ਸਾਹਿਬ ਨੇ ਉਦੋਂ ਵਿਰੋਧ ਕੀਤਾ, ਅੱਜ ਉਹੀ ਐਕਸਾਈਜ਼ ਪਾਲਿਸੀ ਦੀ ਗੱਲ ਹੋ ਰਹੀ ਆ, ਵੱਧ ਪੈਸੇ ਦੀ ਗੱਲ ਹੋ ਰਹੀ ਆ। ਪ੍ਰਗਟ ਭਾਜੀ ਨੇ ਕਿੰਨੀਆਂ ਚਿੱਠੀਆਂ ਲਿਖੀਆਂ। ਸੋ ਮੈਂ ਕਹਿੰਦਾ ਠੀਕ ਆ, ਇਹ ਵੀ ਡੈਮੋਕ੍ਰੇਸੀ ਦਾ ਹਿੱਸਾ ਵਾ। ਜਦੋਂ ਮੁੱਖ ਮੰਤਰੀ ਹੁੰਦਾ ਵਾ, ਉਹਦੇ ਸਾਰੇ ਫੈਸਲਿਆਂ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਵੇ ਔਰ ਕਿਸ ਤਰੀਕੇ ਨਾਲ ਵਿਰੋਧ ਹੋਵੇ, ਇਹ ਰਾਜਨੀਤੀ ਦਾ ਹਿੱਸਾ ਵਾ। ਔਰ ਉਦੋਂ ਅਸੀਂ ਕਰਦੇ ਰਹੇ ਆ, ਸਾਡੀ ਲੀਡਰਸ਼ਿਪ ਕਰਦੀ ਰਹੀ ਆ, ਔਰ ਅੱਗੇ ਵੀ ਐ ਕਰਦੇ ਰਵਾਂਗੇ। ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਅੱਜ ਹਾਲਾਤ ਆ, ਜਿਹੜੇ ਪਹਿਲਾਂ ਵਿਰੋਧ ਕਰ ਰਹੇ ਸੀ, ਅੱਜ ਸਰਕਾਰ 'ਚ ਆ ਕੇ ਬਦਲੇ ਆ। ਅਸੀਂ ਸਰਕਾਰ ਤੋਂ ਬਾਹਰ ਆ, ਤੁਸੀਂ ਕਹੋਗੇ ਇਹ ਚੀਜ਼ ਨੂੰ। ਉਹ ਪਹਿਲਾਂ ਇਸ ਮੁੱਦੇ ਦਾ ਵਿਰੋਧ ਕਰਦੇ, ਜਦੋਂ ਤਾਕਤ ਆਈ ਉਦੋਂ ਅੱਜ ਉਸ ਤਾਕਤ ਨੂੰ, ਉਸ ਫੈਸਲੇ ਦਾ ਇੰਪਲੀਮੈਂਟ ਕਰ ਰਹੇ ਆ। ਸੋ ਇਹ ਚੀਜ਼ਾਂ 'ਚ ਫਰਕ ਆ, ਦੋ ਚੀਜ਼ਾਂ 'ਚ। ਸਾਨੂੰ ਸਾਡੀ ਗਲਤੀ ਰਿਅਲਾਈਜ਼ ਹੁੰਦੀ ਆ, ਉਹ ਰਿਅਲਾਈਜ਼ ਹੁੰਦੇ ਹੋਏ ਤਗੜੇ ਹੋ ਕੇ ਅੱਜ ਜਦੋਂ ਤਾਕਤ ਆਈ ਫੈਸਲਾ ਕਰਨ ਦੀ, ਉਦੋਂ ਫੈਸਲਾ ਕਰ ਰਹੇ ਆ। ਸੋ ਸਾਨੂੰ ਉਹਨਾਂ ਨਾਲ ਨਾ ਜੋੜਿਆ ਜਾਵੇ ਪਲੀਜ਼, ਮੇਰੀ ਇਹ ਤੁਹਾਨੂੰ ਬੇਨਤੀ। ਔਰ ਬਾਕੀ ਹੁਣ ਪ੍ਰਧਾਨ ਜੀ ਔਰ ਪ੍ਰਗਟ ਜੀ ਨਾਲ। ਵੜਿੰਗ ਸਾਹਿਬ ਕਿਵੇਂ ਵੇਖਦੇ ਹੋ? ਲੋਕ ਇਹ ਕਹਿ ਰਹੇ ਨੇ, ਪਹਿਲਾਂ ਕਹਿੰਦੇ 2 ਪਾਰਟੀਆਂ ਸੀ ਲੁੱਟਣ ਵਾਲੀਆਂ, ਹੁਣ 3 ਹੋ ਗਈਆਂ, ਤੀਜੀ ਤੋਂ ਵੀ ਲੋਕ ਦੁਖੀ ਹੋਣ ਲੱਗ ਗਏ, ਆਮ ਆਦਮੀ ਪਾਰਟੀ ਤੋਂ। ਪਰ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਵੀ ਇਹ ਤਾਂ ਕੰਡੇ ਬੀਜੇ ਹੋਏ ਹੀ ਕਾਂਗਰਸ ਦੇ ਨੇ। ਬਿਲਕੁਲ ਥਲੀ ਸਾਹਿਬ, ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਇਹ ਸਾਡੇ ਸਮੇਂ ਦੀ ਸਰਕਾਰ ਦੇ ਵਿੱਚ ਇਹ ਪ੍ਰੋਜੈਕਟ ਪਾਸ ਹੋਇਆ ਸੀਗਾ, ਔਰ ਅਸੀਂ ਕੁਝ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਇਹਦੇ ਬਾਰੇ ਆਵਾਜ਼ ਬੁਲੰਦ ਕੀਤੀ ਸੀ ਕਿ ਮਾਛੀਵਾੜੇ ਦੇ ਜੰਗਲ ਨੂੰ ਉਜਾੜਿਆ ਨਾ ਜਾਵੇ। ਇੰਡਸਟਰੀ ਜ਼ਰੂਰ ਆਉਣੀ ਚਾਹੀਦੀ ਹੈ, ਲੇਕਿਨ ਇਸ ਮੁੱਲ ਤੇ ਨਹੀਂ ਆਉਣੀ ਚਾਹੀਦੀ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਜਾਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਜਾਏ। ਸੋ ਇਹੋ ਜੇ ਅਗਰ ਜਦੋਂ ਵਾਤਾਵਰਨ ਦੂਸ਼ਿਤ ਹੁੰਦਾ ਹੈ, ਚਾਹੇ ਉਹ ਪਾਣੀ ਹੈ, ਚਾਹੇ ਉਹ ਦਰਖਤ ਕੱਟੇ ਜਾਂਦੇ ਹੈ, ਇਹਦੇ ਨਾਲ ਬਹੁਤ ਵੱਡੀ ਡਿਸਟਰਬੈਂਸ ਪੈਦਾ ਹੁੰਦੀ ਹੈ ਪੂਰੇ ਆਸੇ-ਪਾਸੇ ਦੇ ਏਰੀਏ ਦੇ ਵਿੱਚ। ਸੋ ਮੈਂ ਸਮਝਦਾ ਕਿ ਅਗਰ ਇਹ ਜੰਗਲ ਉਜੜ ਜਾਏਗਾ, ਇੰਡਸਟਰੀ ਲੱਗ ਜਾਏਗੀ। ਇੰਡਸਟਰੀ ਜ਼ਰੂਰੀ ਹੈ, ਨੌਕਰੀਆਂ ਤਦ ਜ਼ਰੂਰੀ ਨੇ ਜੇ ਲੋਕ ਜੀਵਿਤ ਰਹਿਣਗੇ, ਜੇ ਬਿਮਾਰੀ ਮੁਕਤ ਰਹਿਣਗੇ। ਅਗਰ ਬਿਮਾਰੀਆਂ ਲੱਗ ਗਈਆਂ ਲੋਕਾਂ ਨੂੰ, ਫਿਰ ਉਹਨਾਂ ਚੀਜ਼ਾਂ ਦਾ, ਕੈਂਸਰ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਮੈਨੂੰ ਪਤਾ, ਮੈਂ ਮਾਲਵੇ ਤੋਂ ਆਉਣਾ ਹੈ, ਉੱਥੇ ਸਾਡੀ ਕੈਂਸਰ ਬੈਲਟ ਹੈ, ਕੈਂਸਰ ਟ੍ਰੇਨ ਚੱਲਦੀ ਹੈ, ਔਰ ਅਸੀਂ ਇਸ ਤੋਂ ਤੰਗ ਬੜੇ ਪਰੇਸ਼ਾਨ ਹੈ। 10 ਮੌਤਾਂ 'ਚੋਂ ਮੈਂ ਸਮਝਦਾ ਕਿ 7 ਮੌਤਾਂ ਕੈਂਸਰ ਨਾਲ ਹੁੰਦੀਆਂ ਨੇ, ਕਿਉਂਕਿ ਬੁੱਢੇ ਨਾਲੇ ਦਾ ਪਾਣੀ ਉੱਥੇ ਜਾਂਦਾ ਹੈ। ਪਿੱਛੇ ਜੇ ਮੈਂ ਹਬੋਰ ਜਾ ਕੇ ਆਇਆ, ਬੱਲੂਆਣੇ ਏਰੀਏ 'ਚ, ਕਿਨੂਆਂ ਦੇ ਵਿੱਚ ਮਸ਼ਹੂਰ ਹੈ, ਤੁਹਾਨੂੰ ਪਤਾ ਹੈ, ਬਾਗਾਂ ਦੀ ਲਈ ਉਹ ਮਿੱਟੀ ਬਹੁਤ ਮਸ਼ਹੂਰ ਹੈ। ਸੋ ਸਾਰਾ ਸਾਲਾਂ ਦੇ ਉਹ ਜਿਹੜੇ ਪੌਦੇ ਖਰਾਬ ਹੋ ਗਏ, ਸੜ ਗਏ, ਬਾਗਾਂ ਦੇ ਬਾਗ। ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕੀ ਹੈ, ਕਹਿੰਦੇ ਪਾਣੀ ਦੀ ਸ਼ਾਰਟੇਜ ਸੀ ਇਸ ਵਾਰੀ, ਨਹਿਰ ਦੇ ਵਿੱਚ ਬੰਦੀ ਵੀ ਰਹੀ, ਟੁੱਟ ਵੀ ਗਈ, ਤੇ ਪਾਣੀ ਬੁੱਢੇ ਨਾਲੇ ਦਾ ਆਉਂਦਾ, ਫਿਰ ਸਾਨੂੰ ਮਜਬੂਰਨ ਉਹ ਪਾਣੀ ਲਾਉਂਦਾ ਪੈਂਦਾ, ਬਿਕੋਜ਼ ਪਾਣੀ ਨਹੀਂ ਹੈ। ਇਸੇ ਕਰਕੇ ਕੈਮੀਕਲ ਵਾਟਰ ਸੀਗਾ, ਉਸ ਕਰਕੇ ਇਹ ਜਿਹੜਾ ਸਾਡੇ ਪੌਦੇ ਸੁੱਕ ਗਏ। ਇਸੇ ਤਰ੍ਹਾਂ ਹੀ ਅਗਰ ਇੰਡਸਟਰੀਅਲ ਪਾਰਕ ਇੱਥੇ ਆ ਜਾਏਗਾ, ਸੋ ਪੋਲਿਊਸ਼ਨ, ਉਹ ਪੋਲਿਊਟਡ ਪਾਣੀ, ਡਾਈਂਗ ਜਿਹੜੀ ਇੰਡਸਟਰੀ ਇੱਥੇ ਲੱਗੇਗੀ। ਸੋ ਮੈਂ ਸਮਝਦਾ ਕਿ ਜਿਵੇਂ ਕਿ ਦੱਸਿਆ ਗਿਆ ਹੈ, ਜੋ ਪੜ੍ਹਿਆ ਮੈਂ ਗੂਗਲ ਤੇ ਸਰਚ ਕਰਕੇ, ਕਿ 2 ਜੀਨ ਦੀਆਂ ਪੈਂਟਾਂ ਦੇ ਪਿੱਛੇ ਡਾਈਂਗ ਵਾਸਤੇ 7000 ਲੀਟਰ ਪਾਣੀ ਲੱਗਦਾ। ਉਹਦਾ ਸਾਰਾ ਵੇਸਟੇਜ ਉਹਨਾਂ ਨੇ ਸਤਲੁਜ ਦਰਿਆ 'ਚ ਸਿੱਟਣਾ। ਸੇਮ ਅਗਰ ਟੀ-ਸ਼ਰਟ ਬਣਾਉਣੀ ਹੈ ਤਾਂ ਕਹਿੰਦੇ 4200 ਥੋੜਾ ਲੀਟਰ ਪਾਣੀ ਲੱਗ ਜਾਂਦਾ। ਉਹ ਪਾਣੀ ਕਿੱਥੇ ਜਾਏਗਾ? ਉਹ ਸਤਲੁਜ ਜਾਏਗਾ। ਸਤਲੁਜ ਵੀ ਬੁੱਢੇ ਨਾਲੇ ਦਾ ਇੱਕ ਦਿਨ ਜਿਹੜਾ ਰੂਪ ਧਾਰਨ ਕਰ ਜਾਏਗਾ, ਜਿਹੜਾ ਕਿ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ। ਇੰਡਸਟਰੀ ਬਹੁਤ ਜ਼ਰੂਰੀ ਆ ਪੰਜਾਬ 'ਚ ਆਉਣੀ, ਕਿਉਂਕਿ ਨੌਜਵਾਨਾਂ ਨੂੰ ਵੀ ਕਿਸੇ ਕਿੱਤੇ ਲਾਉਣਾ ਹੈ, ਲੇਕਿਨ ਇਸ ਮੁੱਲ ਤੇ ਨਹੀਂ ਕਿ ਜੰਗਲ ਔਰ ਵਾਤਾਵਰਨ ਉਜਾੜ ਕੇ। ਇਸ ਮੁੱਲ ਤੇ ਸਾਨੂੰ ਇੰਡਸਟਰੀ ਨਹੀਂ ਚਾਹੀਦੀ। ਅਸੀਂ ਚਲਾ ਲਾਂਗੇ ਕੰਮ ਜਿਵੇਂ ਪਹਿਲਾਂ। ਤੁਸੀਂ ਦੱਸਿਆ ਵੀ ਇਹ ਇੰਨਾ ਜ਼ਿਆਦਾ ਖਤਰਨਾਕ ਹੈ, ਔਰ ਸਤਲੁਜ ਦੇ ਕੰਢੇ ਤੇ ਇੰਡਸਟਰੀ ਪਾਰਕ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਫਿਰ ਕੈਪਟਨ ਸਾਹਿਬ ਦੀ ਵੀ ਮਨਸ਼ਾ ਕਿਤੇ ਨਾ ਕਿਤੇ ਫਿਰ ਪੰਜਾਬ ਦੇ ਪ੍ਰਤੀ ਖਰਾਬ ਨਹੀਂ ਸੀ? ਨੌਜਵਾਨਾਂ ਨੂੰ ਫਿਰ ਤਾਂ ਬਹੁਤ ਜਗ੍ਹਾ ਹੈਗੀਆਂ, 800 ਏਕੜ, ਹਜ਼ਾਰਾਂ ਏਕੜ ਬਹੁਤ ਥਾਵਾਂ ਤੇ ਪਈਆਂ ਪੰਜਾਬ ਦੀਆਂ ਖਾਲੀ, ਜਿੱਥੇ ਲਗਾਇਆ ਜਾ ਸਕਦਾ। ਹਾਲਾਂਕਿ ਪੁਰਾਣੀ ਇੰਡਸਟਰੀ ਜਿੱਥੇ ਮੰਡੀ ਗੋਬਿੰਦਗੜ੍ਹ ਹੋ ਗਿਆ, ਗੋਬਿੰਦਵਾਲ ਹੋ ਗਿਆ, ਉਹਨਾਂ ਨੂੰ ਇਹ ਠੀਕ ਕਰ ਲੈਂਦੇ ਜੀ। ਬ੍ਰਦਰ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਨਤਾ ਸਰਕਾਰਾਂ ਚੁਣਦੀਆਂ, ਲੇਕਿਨ ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਉਹਨੂੰ ਅਫਸਰ ਚਲਾਉਂਦੇ ਨੇ।
ਸਾਡੀ ਸਰਕਾਰ ਵਿੱਚ ਵੀ ਇਹ ਰਿਹਾ, ਕਿਉਂਕਿ ਆਪਦੀ ਗਲਤੀ ਮੰਨ ਲੈਣੀ ਚਾਹੀਦੀ ਹੈ, ਆਪਦੇ ਆਪ ਨੂੰ ਕਰੈਕਟ ਕਰ ਲੈਣਾ ਚਾਹੀਦਾ। ਮੈਂ ਤਾਂ ਬਹੁਤ ਮੁੱਦਿਆਂ ਤੇ ਸਰਕਾਰ ਦੇ ਨਾਲ ਲੜਾਈ ਲੜਦਾ ਰਿਹਾ, ਬਹੁਤ ਮੁੱਦਿਆਂ ਤੇ ਮੈਂ ਲੜਾਈ ਲੜੀ। ਸਾਡੀ ਆਵਾਜ਼ ਸਾਹਿਬ ਵੇਲੇ ਵੀ ਇਹ ਹੁੰਦਾ ਰਿਹਾ, ਚੰਨੀ ਸਾਹਿਬ ਨੂੰ ਵੀ ਅਫਸਰ ਹੀ ਚਲਾਉਂਦੇ ਸੀ, ਫਿਰ ਜਿਹੜੇ ਤੁਸੀਂ ਦੁਬਾਰਾ ਲੈ ਕੇ ਆਏ। ਐਕਚੁਅਲੀ ਬ੍ਰਦਰ ਚੰਨੀ ਸਾਹਿਬ ਨੂੰ ਬਹੁਤ ਛੋਟਾ ਵਕਤ ਮਿਲਿਆ, 3 ਮਹੀਨੇ ਦਾ ਕੋਈ ਬਹੁਤਾ ਲੰਮਾ ਚੌੜਾ ਵਕਤ ਨਹੀਂ ਹੁੰਦਾ। ਜਦੋਂ ਲੈ ਕੇ ਆਏ ਸੀ ਉਦੋਂ ਤਾਂ 10 ਦਿਨ ਵੀ ਬਹੁਤ ਕਹਿੰਦੇ ਸੀ ਜੀ। ਸੋ ਫਿਰ ਅਸੀਂ 3 ਮਹੀਨਿਆਂ ਦੇ ਵਿੱਚ ਬਹੁਤ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ 3 ਮਹੀਨੇ ਮੰਤਰੀ ਬਣਨ ਦਾ ਮੌਕਾ ਮਿਲਿਆ, ਮਤਲਬ ਕਿ ਕਾਫੀ ਚੰਗੇ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਔਰ 3 ਮਹੀਨਿਆਂ 'ਚੋਂ ਕੰਮ ਹੋਏ। ਅਸੀਂ ਸਾਰੀਆਂ ਸਰਕਾਰਾਂ ਨੂੰ ਨਹੀਂ ਨਿੰਦ ਸਕਦੇ, ਹੋ ਸਕਦਾ ਹੁਣ ਵਾਲੀ ਸਰਕਾਰ ਬਹੁਤ ਚੰਗੇ ਕੰਮ ਕਰਦੇ, ਲੇਕਿਨ ਮੈਂ ਉਹੀ ਕਹਿਣਾ ਚਾਹੁੰਦਾ ਸੀ ਕਿ ਸਰਕਾਰਾਂ ਨੂੰ ਜਨਤਾ ਚੁਣਦੀ ਹੈ, ਲੇਕਿਨ ਉਸ ਤੋਂ ਬਾਅਦ ਬਿਊਰੋਕਰੇਟ ਚਲਾਉਂਦੇ ਆ। ਅਸੀਂ ਹੋਣਾ ਇਹ ਚਾਹੀਦਾ ਕਿ ਜਦੋਂ ਜਨਤਾ ਸਰਕਾਰਾਂ ਬਣਾਉਣੀ ਹੈ ਫਿਰ ਸਾਨੂੰ ਉਦੋਂ ਵੀ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਅੱਜ ਜਨਤਾ ਦੀ ਆਵਾਜ਼ ਇਹ ਹੈ ਕਿ ਜੰਗਲ ਉਜਾੜਨਾ ਨਹੀਂ ਚਾਹੀਦਾ, ਅੱਜ ਇੱਥੇ ਇੰਡਸਟਰੀ ਪਾਰਕ ਨਹੀਂ ਬਣਨਾ ਚਾਹੀਦਾ। ਜੇ ਪੰਜਾਬੀਆਂ ਦੀ ਤੇ ਜਨਤਾ ਦੀ ਤੇ ਨੌਜਵਾਨਾਂ ਦੀ ਆਵਾਜ਼ ਹੈ ਤੇ ਬਿਲਕੁਲ ਸਾਨੂੰ ਨਹੀਂ ਬਣਾਉਣਾ ਚਾਹੀਦਾ। ਜਨਤਾ ਨਾਲ ਤਾਂ ਇਸ ਤਰ੍ਹਾਂ ਲੁੱਟ ਖਸੁੱਟ ਹੁੰਦੀ ਆਈ। ਵੜਿੰਗ ਸਾਹਿਬ, ਅੱਜ ਤੁਸੀਂ ਇਹ ਤਖਤੀ ਫੜ ਕੇ ਬੈਠੇ, ਪਹਿਲਾਂ ਭਗਵੰਤ ਮਾਨ ਤੁਹਾਡੇ ਖਿਲਾਫ ਬੈਠੇ ਸੀ, ਕੱਲ੍ਹ ਨੂੰ ਤੁਹਾਡੀ ਸਰਕਾਰ ਆ ਗਈ ਫਿਰ ਭਗਵੰਤ ਮਾਨ ਬਣੇਗਾ। ਇੱਕ ਚੱਕਰ ਹੈ ਜੀ, ਚੇਨ ਚੱਲ ਰਹੀ ਹੈ, ਲੁੱਟਣ ਦੀ ਚੇਨ ਚੱਲ ਰਹੀ ਹੈ। ਪਹਿਲਾਂ ਕਹਿੰਦੇ 2 ਪਾਰਟੀਆਂ ਸੀ, ਹੁਣ 3 ਹੋ ਗਈਆਂ ਜੀ। ਨਹੀਂ ਯਾਰ, ਕਿਸੇ ਨੂੰ ਕਿਸੇ ਦੀ ਲੁੱਟਣ ਦੀ ਨਹੀਂ ਹੋ ਸਕਦੀ। ਫਿਰ ਜਿਹੜੀਆਂ ਹੋਰ ਆ ਜਾਣੀਆਂ, ਫਿਰ ਅਲਟੀਮੇਟਲੀ ਹੁਣ ਜ਼ਮਾਨਾ ਆ ਜਾਣਾ ਹੈ ਕਿ ਜਿਹੜੇ ਚੰਗੇ ਲੋਕ ਹੋਣਗੇ, ਜੇ ਸੱਚ ਨੂੰ ਸੱਚ ਕਹਿਣਗੇ, ਉਹ ਸਰਵਾਈਵ ਕਰਨਗੇ, ਉਹ ਪਾਰਟੀਆਂ ਸਰਵਾਈਵ ਕਰਨੀਆਂ। ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਉਹ ਜਨਤਾ ਤੋਂ ਅਗਰ ਹੱਥ ਜੋੜ ਕੇ ਮਾਫੀ ਮੰਗ ਲਾਂਗਾ ਤਾਂ ਜਨਤਾ ਮਾਫ ਕਰ ਦੇਗੀ। ਜਨਤਾ ਨੂੰ ਹਰ ਚੀਜ਼ ਪਤਾ ਹੈ। ਜਨਤਾ ਨੇ 3 ਮਹੀਨਿਆਂ ਬਾਅਦ ਫਤਵਾ ਸਰਕਾਰ ਦੇ ਖਿਲਾਫ ਦਿੱਤਾ ਹੈ। ਜਨਤਾ ਜ਼ਿਆਦਾ ਸਾਡੇ ਤੋਂ ਸਿਆਣੀ ਹੈ, ਮੈਂ ਸਮਝਦਾ। ਆਪ ਤਾਂ ਤੁਹਾਨੂੰ ਵੀ ਨਹੀਂ ਕੀਤਾ, ਫਿਰ ਉਹਨਾਂ ਨੇ ਜ਼ਮਾਨਤ ਜ਼ਬਤ ਹੋਈ ਹੈ। ਮੈਂ ਤਾਂ ਫਿਰ ਕਹਿ ਰਿਹਾ, ਮੈਂ ਸਰਦਾਰ ਸਾਹਿਬ ਕਹਿ ਰਿਹਾ, ਮੈਨੂੰ ਲੱਗਦਾ ਅੱਜ ਤੁਸੀਂ ਕਾਂਗਰਸ ਤੇ ਹੀ ਇਕੱਲਾ ਨਹੀਂ ਮਾਫ ਨਹੀਂ ਕੀਤਾ। ਮੈਂ ਤਾਂ ਇਸੇ ਕਰਕੇ ਜਨਤਾ ਦੇ ਆਰਾਮ ਨਾਲ ਬੈਠਾ, ਮੈਂ ਮੰਚ ਤੇ ਵੀ ਜਾ ਸਕਦਾ, ਮੈਂ ਉੱਥੇ ਜਾ ਕੇ ਭਾਸ਼ਣ ਵੀ ਦੇ ਸਕਦਾ। ਮੈਂ ਇਸ ਕਰਕੇ ਇੱਥੇ ਬੈਠਾ ਕਿ ਇੱਕ ਤਾਂ ਪੁਰਾਣੀ ਜਿਹੜੀ ਗਲਤੀ ਹੈ ਉਹਦਾ ਪਛਤਾਪ, ਦੂਸਰਾ ਪੀਏਸੀ ਕਮੇਟੀ ਦਾ ਸਾਥ, ਤੀਸਰਾ ਜੰਗਲ ਨੂੰ ਉੱਜੜ ਨਹੀਂ ਦੇਵਾਂਗੇ ਭਾਵੇਂ ਜਾਨ ਚਲੀ ਜਾਵੇ। ਬੇਨਤੀ ਕਰਾਂਗਾ, ਮੈਂ ਕ੍ਰਿਟਿਸਿਜ਼ਮ ਨਹੀਂ ਕਰ ਰਿਹਾ, ਭਗਵੰਤ ਮਾਨ ਦਾ ਵੀ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਸਰਕਾਰ, ਹੋ ਸਕਦਾ ਮੈਂ ਬੇਨਤੀ ਕਰ ਰਿਹਾ, ਸਿਮਰ ਬੇਨਤੀ ਹੱਥ ਜੋੜ ਕੇ ਕਿ ਜਿਹੜੀ ਵੀ ਸਰਕਾਰ ਬਣੇ, ਕਿਸੇ ਦੀ ਵੀ ਬਣੇ, ਹੋ ਸਕਦਾ ਕੱਲ ਨੂੰ ਸਾਡੀ ਬਣੇ, ਕਿਸੇ ਹੋਰ ਦੀ ਬਣੇ, ਲੇਕਿਨ ਉਹਨਾਂ ਨੂੰ ਫੈਸਲਾ ਜਨਤਾ ਦੇ ਮੁਤਾਬਕ ਲੈਣਾ ਚਾਹੀਦਾ। ਜੋ ਜਨਤਾ ਕਹੇ ਫੈਸਲਾ ਉਹ ਹੋਣਾ ਚਾਹੀਦਾ, ਫੇਰ ਹੀ ਉਹ ਸਰਕਾਰਾਂ ਚੰਗੀਆਂ। ਸੋ ਉਮੀਦ ਕਰਾਂਗਾ ਕਿ ਜਿਹੜੀ ਹੁਣ ਸਮੇਂ ਦੀ ਸਰਕਾਰ ਹੈ ਇਸ ਗੱਲ ਤੇ ਗੌਰ ਫਰਮਾਏਗੀ ਔਰ ਇਹ ਫੈਸਲਾ ਵਾਪਸ ਲਏਗੀ। ਤੁਸੀਂ ਕਿਹਾ ਤੁਸੀਂ ਇੱਥੇ ਭਾਸ਼ਣ ਵੀ ਦੇ ਸਕਦੇ ਹੋ ਸਪੀਚ ਲਈ, ਤੁਹਾਨੂੰ ਲੱਗਦਾ ਨੌਜਵਾਨ ਤੁਹਾਨੂੰ ਹੁਣ ਸਪੀਚ ਦੇਣਗੇ ਜੀ? ਪਤਾ ਨਹੀਂ ਯਾਰ, ਮੇਰੀ ਤਾਂ ਕੋਈ ਗਲਤੀ ਨਹੀਂ, ਮੈਂ ਤਾਂ ਜਿੱਥੇ ਵੀ ਗਿਆ ਮੈਨੂੰ ਉੱਥੇ ਸਪੀਚ ਹਮੇਸ਼ਾ ਦੇਣ ਦਿੱਤੀ ਗਈ ਹੈ। ਕਿਸੇ ਨੇ ਪੀਏਸੀ ਕਮੇਟੀ ਨੇ ਸਾਡਾ ਸਵਾਗਤ ਵੀ ਕੀਤਾ। ਪਾਰਟੀ ਦੇ ਉਹਨੇ ਜਿਹਦੇ ਤੇ ਐਲੀਗੇਸ਼ਨ ਨੇ ਜੀ, ਪਾਰਟੀ ਤੇ ਹੁਣ ਕਿਸੇ ਦੇ ਬਾਪ ਤੇ ਕੋਈ ਐਲੀਗੇਸ਼ਨ ਹੋਵੇ, ਕਿਸੇ ਦੇ ਫਲਾਂ ਤੇ ਹੋਵੇ, ਕਿਸੇ ਦਾ ਕੋਈ ਕਸੂਰ ਨਹੀਂ। ਇਸ ਤਰ੍ਹਾਂ ਇਹ ਪੰਜਾਬੀ ਹੈ। ਹਾਈ ਕਮਾਂਡ ਨੇ ਵੀ ਨਹੀਂ ਕੈਪਟਨ ਸਾਹਿਬ ਨੂੰ ਉੱਪਰੋਂ ਕਿਹਾ ਬਈ ਯਾਰ ਤੁਸੀਂ ਕੀ ਕਰ ਰਹੇ ਹੋ, ਪਾਰਟੀ ਦਾ ਇਹਦੇ ਨਾਲ ਨੁਕਸਾਨ ਹੋ ਰਿਹਾ, ਹਾਈ ਕਮਾਂਡ ਨੇ ਵੀ ਨਹੀਂ ਕਿਹਾ ਜੀ? ਜਾਂ ਹਾਈ ਕਮਾਂਡ ਕੈਪਟਨ ਨਾਲ ਮੈਨੂੰ ਲੱਗਦਾ ਯਾਰ ਖਲੀ ਤੂੰ ਕੱਲਾ ਬਸ ਕਾਂਗਰਸ ਨੂੰ ਕ੍ਰਿਟਿਸਿਜ਼ਮ ਹੀ ਕਰਨਾ ਸੀ, ਐ ਨਾ ਕਰ ਯਾਰ। ਗੱਲ ਮੇਰੇ ਕਹਿਣ ਦਾ ਮਤਲਬ, ਮੈਂ ਕਹਿ ਰਿਹਾ ਹਾਈ ਕਮਾਂਡ ਦੀ ਗੱਲ ਛੱਡੋ, ਇੱਥੇ ਹੁਣ ਮੈਂ ਹਾਈ ਕਮਾਂਡ ਨੂੰ ਥੋੜੀ ਪੁੱਛ ਕੇ ਆਇਆ, ਮੈਂ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਆਇਆ ਕਿ ਪੰਜਾਬੀ ਹੋਣ ਦੇ ਨਾਤੇ ਮੈਨੂੰ ਜਾ ਕੇ ਉੱਥੇ ਲੜਾਈ ਲੜਨੀ ਚਾਹੀਦੀ ਹੈ, ਮੈਨੂੰ ਜਨਤਾ ਦੇ ਨਾਲ ਖੜਾ ਹੋਣਾ ਚਾਹੀਦਾ। ਬੇਸ਼ੱਕ ਮਗਰਲੀ ਕਤਾਰ 'ਚ ਖੜਾ ਰਵਾਂ, ਲੇਕਿਨ ਜਦੋਂ ਜਨਤਾ ਦੀ ਤੁਸੀਂ ਨਾਲ ਲੜਾਈ ਲੜੋਗੇ, ਜਦੋਂ ਜਨਤਾ ਨੂੰ ਪੰਜਾਬ ਦੀ ਨੂੰ ਤੁਹਾਡੇ ਤੇ ਯਕੀਨ ਹੋਏਗਾ ਤਾਂ ਉਹ ਤੁਹਾਡੇ ਨਾਲ ਆ ਕੇ ਖੜੀ ਹੋ ਜਾਏਗੀ। ਜਦੋਂ ਵੀ ਤੁਸੀਂ ਅੱਜ ਕਹਿ ਰਹੇ ਹੋ ਵੀ ਇਹ ਨਹੀਂ ਲੱਗਣਾ ਚਾਹੀਦਾ, ਉਹ ਫੇਰ ਵਾਪਸ ਇਹੀ ਕਹਿ ਦਿੰਦੇ ਆ ਭਗਵੰਤ ਮਾਨ, ਉਹ ਕਹਿੰਦੇ ਸਾਨੂੰ ਨਾ ਸਿਖਾਓ, ਤੁਹਾਡੇ ਕੰਡੇ ਵਿੱਚ। ਚਲੋ ਸਾਡੇ ਕੰਡੇ ਬੀਜੇ ਹੈ, ਮੈਂ ਤੁਹਾਡੀ ਗੱਲ ਮੰਨ ਲੈਣਾ ਕਿਉਂਕਿ ਤੁਹਾਡੀ ਵਾਹਵਾ ਇੱਛਾ ਹੈ ਇਹ ਗੱਲ ਕਰਨ ਦੀ ਵੀ ਰਾਜਾ ਵੜਿੰਗ ਕਵੇ ਸਾਡੇ ਕੰਡੇ। ਬਿਲਕੁਲ ਸਾਡੇ ਕੰਡੇ ਬੀਜੇ, ਹੁਣ ਸੱਤਾ ਸਰਕਾਰ ਚੋਂ ਸਾਨੂੰ ਬਾਹਰ ਕਰਤਾ। ਸਾਡੇ ਕੰਡੇ ਬੀਜੇ ਸੀ, ਸਾਨੂੰ ਸੱਤਾ ਸਰਕਾਰ ਚੋਂ ਲੋਕਾਂ ਨੇ ਬਾਹਰ ਕਰਤਾ। ਹੁਣ 92 ਸੀਟਾਂ ਨਾਲ ਉਹਨਾਂ ਨੂੰ ਜਿਤਾਇਆ, ਉਹਨਾਂ ਨੂੰ ਕੰਡੇ ਚੁਗਣੇ ਚਾਹੀਦੇ ਹੈ, ਕੰਡੇ ਚੁਗਣੇ ਚਾਹੀਦੇ। ਬਿਲਕੁਲ। ਸੋ ਪ੍ਰਗਟ ਸਿੰਘ ਜੀ ਨਾਲ ਵੈਸੇ ਤਾਂ ਗੱਲਬਾਤ ਹੋ ਗਈ ਸਾਡੀ, ਕਿਵੇਂ ਵੇਖਦੇ ਹੋ ਜੀ ਅੱਜ ਫੇਰ? ਉਦੋਂ ਤੁਸੀਂ ਵਿਰੋਧ ਵੀ ਕੀਤਾ ਪਰ ਕੈਪਟਨ ਸਾਹਿਬ ਨੇ ਨਹੀਂ ਮੰਨੀ ਤਾਂ ਉਹਦਾ ਭੁਗਤਾਨ ਅੱਜ ਤੁਹਾਨੂੰ ਵੀ ਭੁਗਤਣਾ ਪੈ ਰਿਹਾ। ਦੇਖੋ, ਇਹ ਸਾਰੇ ਪੰਜਾਬੀਆਂ ਨੂੰ ਭੁਗਤਣਾ ਪੈਂਦਾ। ਜਦੋਂ ਕੋਈ ਵੀ ਇਲ ਰਿਸੀਵਡ ਪ੍ਰੋਜੈਕਟ ਹੁੰਦਾ ਉਹਦੇ ਵਿੱਚ ਸਾਰਿਆਂ ਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ। ਸੋ ਮੈਨੂੰ ਲੱਗਦਾ ਕਿ ਦੇਰ ਆਏ ਦਰੁਸਤ ਆਏ, ਇਹ ਪੰਜਾਬੀ ਅੱਜ ਇਕੱਠੇ ਹੋਏ ਆ, ਇਹ ਪੰਜਾਬੀਅਤ ਲਈ ਆ, ਇਹ এনवायरमेंट ਲਈ ਆ, ਪੰਜਾਬ ਦੇ ਆਉਂਦੇ ਦਿਨਾਂ ਲਈ ਚੰਗਿਆਈ ਲਈ ਆ। ਸੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਚਾਹੀਦਾ। ਬਿਲਕੁਲ। ਸੋ ਪ੍ਰਗਟ ਸਿੰਘ ਜੀ ਨੇ ਵੀ ਇਹ ਕਿਹਾ
ਵੀ ਸੰਘਰਸ਼ ਕਰਨਾ ਚਾਹੀਦਾ। ਪਰ ਕਾਂਗਰਸ ਇਸ ਵੇਲੇ ਜਿਹੜੀ ਹੈਗੀ ਮਾਯੂਸ ਆਪਣੇ ਆਪ ਨੂੰ ਮੰਨ ਰਹੀ ਨੇ ਔਰ ਮਾਫੀ ਵੀ ਮੰਗੀ ਹੈ ਰਾਜਾ ਵੜਿੰਗ ਹੋਰਾਂ ਨੇ ਵੀ ਕੈਪਟਨ ਸਾਹਿਬ ਦੇ ਵੱਲੋਂ ਲਿਆ ਗਿਆ ਫੈਸਲਾ ਗਲਤ ਸੀਗਾ, ਵੀ ਕਿਤੇ ਨਾ ਕਿਤੇ ਸਾਨੂੰ ਪੰਜਾਬੀ ਭਰਾ ਮਾਫ ਕਰਨ। ਪਰ ਹੁਣ ਵੇਖਣਾ ਹੋਊਗਾ ਵੀ ਕੀ ਕਾਂਗਰਸ ਦੇ ਜਿਹਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਮਾਫੀ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਲੀਡਰਾਂ ਨੂੰ ਇਹ ਤਾਂ ਫਿਰ ਵੋਟਾਂ ਟਾਈਮ ਹੀ ਪਤਾ ਲੱਗਦਾ। ਸੋ ਵੋਟਾਂ ਟਾਈਮ ਕਿਵੇਂ ਦਾ ਜਿਹੜਾ ਇਹਨਾਂ ਨੂੰ ਰੁਝਾਨ ਮਿਲਦਾ ਉਸ ਤੇ ਨਜ਼ਰ ਬਣੀ ਰਹੇਗੀ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।